ਯੈਸ, ਇਹਦੇ ਵਿੱਚ ਨਾ ਹੋਰ ਟੂਲਸ ਨੇ, ਮੈਂ ਉਹਨਾਂ ਦੀ ਯੂਜ਼ ਕਰਕੇ ਦਿਖਾਉਂਦਾ। ਜਿਵੇਂ ਰੈਕਟੈਂਗਲ ਦੇ ਅੰਦਰ ਦੋ ਨੇ, ਇੱਕ ਰੈਕਟੈਂਗਲ ਸਿੰਪਲੀ ਬਣਦੀ ਹੈ, ਇੱਕ ਰੈਕਟੈਂਗਲ ਹੋਰ ਤਰੀਕੇ ਨਾਲ ਬਣਦੀ ਹੈ, 3 ਪੁਆਇੰਟ ਰੈਕਟੈਂਗਲ। ਇਹਨੂੰ ਕਲਿੱਕ ਕਰਕੇ ਡਰਾ ਕਰਕੇ ਦੇਖੋ। ਹੁਣ ਤਾਂ ਮੈਂ ਬਣਾ ਹੀ ਰਿਹਾ ਨਾ, ਤੁਸੀਂ ਖੁਦ ਮਾਊਸ ਨਾਲ ਬਣਾ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹਦਾ ਕੀ ਕੰਮ ਹੈ। ਤੋ ਇਹਦੇ ਨਾਲ ਵੀ ਰੈਕਟੈਂਗਲ ਹੀ ਬਣਦੀ ਹੈ, 3 ਪੁਆਇੰਟ ਰੈਕਟੈਂਗਲ। ਮੈਂ ਅਗੇਨ ਇੱਕ ਵਾਰੀ ਲਾਈਨ ਡਰਾ ਕਰਾਂਗਾ, ਉਸ ਤੋਂ ਬਾਅਦ ਫਿਰ ਜਿੱਧਰ ਵੀ ਲੈ ਜਾਊਂਗਾ ਉੱਧਰ ਰੈਕਟੈਂਗਲ ਹੈ, ਤੇ ਅੱਛੀ ਰੈਕਟੈਂਗਲ ਬਣ ਗਈ। ਇਹ ਰੈਕਟੈਂਗਲ 'ਚ ਕੀ ਫਰਕ ਹੈ, ਜਿਹੜੀ ਉਹਦੇ ਨਾਲ ਰੈਕਟੈਂਗਲ ਬਣਾਉਣੇ ਨੇ ਉਹ ਸਿੱਧੀ ਬਣਦੀ ਹੈ ਕਿ ਜਿਹੜੀ 90 ਡਿਗਰੀ 'ਤੇ ਪਈ ਰਹਿਣੀ ਹੈ। ਉਹਨੂੰ ਬਾਅਦ 'ਚ ਰੋਟੇਟ ਕਰ ਸਕਦੇ ਹਾਂ, ਇੱਦਾਂ ਬਣਾ ਸਕਦੇ ਹਾਂ। ਇਹ ਪਹਿਲਾਂ ਹੀ ਰੋਟੇਟ ਹੋ ਜਾਂਦੀ ਹੈ ਜੇ ਆਪਾਂ ਚਾਹੀਏ। ਇਹ ਹੁਣ ਇੱਦਾਂ ਨਾਰਮਲੀ ਰੈਕਟੈਂਗਲ ਇੱਦਾਂ ਬਣਦੀ ਸਿੱਧੀ, ਟੇਢੀ ਨਹੀਂ ਬਣਦੀ ਹੈਗੀ, ਤਿਰਛੀ ਕਿਸੇ ਐਂਗਲ 'ਤੇ ਨਹੀਂ ਬਣਦੀ ਹੈਗੀ। ਓਕੇ, ਇੱਦਾਂ ਹੀ ਇੱਕ ਐਲਿਪਸ ਦੇ ਵਿੱਚ ਆਹ ਟੂਲ ਆਪਾਂ ਪਹਿਲਾਂ ਯੂਜ਼ ਕੀਤਾ ਆ, ਇੱਕ ਆ ਵੀ ਐਲਿਪਸ ਦਾ ਟੂਲ ਹੈ, 3 ਪੁਆਇੰਟ ਐਲਿਪਸ ਟੂਲ। ਇਹਨੂੰ ਯੂਜ਼ ਕਰਕੇ ਤੁਸੀਂ ਬਣਾ ਕੇ ਦੇਖੋ। ਜਿੱਥੋਂ ਆਪਾਂ ਸ਼ੁਰੂ ਕਰਾਂਗੇ ਉਹ ਸੈਂਟਰ ਹੋ ਜਾਊਗਾ, ਉਸ ਤੋਂ ਬਾਅਦ ਉਹਦੇ 'ਤੇ ਜਿੱਦਾਂ ਮਰਜ਼ੀ ਉਹੀ ਹੈ। ਕੰਟਰੋਲ ਦੱਬ ਕੇ ਤੁਸੀਂ ਇਹਨੂੰ ਸਰਕਲ 'ਚ ਬਣਾ ਸਕਦੇ ਹੋ, ਅਤੇ ਬਿਨਾਂ ਕੰਟਰੋਲ ਤੋਂ ਇਹ ਐਲਿਪਸ ਬਣ ਜਾਊਗਾ। ਤੋ ਇਹ ਰੋਟੇਟ ਪਹਿਲਾਂ ਹੀ ਹੋ ਗਿਆ। ਰੋਟੇਸ਼ਨ ਜਿਹੜੀ ਹੈ ਨਾ ਉਹ ਪਹਿਲਾਂ ਹੀ ਆਪਾਂ ਦੇ ਸਕਦੇ ਹਾਂ ਇਹਦੇ 'ਚ। ਤੋ ਸਰਕਲ ਜਾਂ ਐਲਿਪਸ ਬਣਾਉਣ ਦਾ ਤਰੀਕਾ ਇੱਥੋਂ ਵੀ ਹੈ, ਦੂਜਾ ਤਰੀਕਾ ਵੀ ਹੈਗਾ, 2 ਤਰੀਕੇ ਨੇ। ਤੋ ਪ੍ਰੈਕਟੀਕਲ ਕਰਨ 'ਤੇ ਕੋਈ ਪ੍ਰੋਬਲਮ ਨਹੀਂ ਹੈ, ਈਜ਼ੀਲੀ ਪਤਾ ਲੱਗ ਜਾਊਗਾ। ਮੈਂ ਇਹਨਾਂ ਆਬਜੈਕਟਸ ਨੂੰ ਡਿਲੀਟ ਕਰ ਦਿੰਦਾ। ਟੂਲ ਬਾਕਸ ਦੀ ਅਗਲੀ ਕਮਾਂਡ ਆਪਾਂ ਗੱਲ ਕਰਦੇ ਹਾਂ। ਅਗਲੀ ਹੈਗੀ ਹੈ ਪੋਲੀਗਨ ਟੂਲ। ਪੋਲੀਗਨ ਟੂਲ ਦੇ ਵਿੱਚ ਕੋਈ 3 ਆਪਸ਼ਨਾਂ ਹੁੰਦੀਆਂ ਨੇ, ਇੱਕ ਹੈਗਾ ਪੋਲੀਗਨ, ਇੱਕ ਹੈਗਾ ਆ ਗ੍ਰਾਫ ਪੇਪਰ, ਇੱਕ ਹੈਗਾ ਆ ਸਪਾਇਰਲ ਟੂਲ। ਆਪਾਂ ਤਿੰਨੇ ਯੂਜ਼ ਕਰਦੇ ਹਾਂ। ਇਹ 'ਚ ਵੀ ਸਿਖਾਉਣ ਦਾ ਕੰਮ ਕੁਛ ਨਹੀਂ ਹੈ, ਯੂਜ਼ ਕਰਨ 'ਤੇ ਪਤਾ ਲੱਗ ਜਾਣਾ ਆ। ਮੰਨ ਲਓ ਮੈਂ ਪੋਲੀਗਨ ਟੂਲ ਯੂਜ਼ ਕਰਦਾ ਹਾਂ, ਇਹਦੇ ਨਾਲ ਆਪਾਂ ਇੱਕ ਪੋਲੀਗਨ ਬਣਾ ਲਈ। ਪੋਲੀਗਨ ਬਹੁਭੁਜੀ ਕਿੰਨੀਆਂ ਭੁਜਾਵਾਂ ਨੇ, ਉੱਪਰ 5 ਲਿਖਿਆ ਹੋਇਆ, ਇਹ 5 ਭੁਜਾਵਾਂ ਬਣ ਗਈਆਂ। ਮੈਂ ਇਹਨੂੰ ਇਨਕਰੀਜ਼ ਕਰ ਦਿੰਦਾ ਹੈ। ਇੱਥੇ ਮੈਂ ਕੰਟਰੋਲ, ਚਾਹੇ ਤਾਂ ਮਾਊਸ ਇੱਥੇ ਉੱਪਰ ਨੂੰ ਕਲਿੱਕ ਕਰ ਦਿਓ ਜਾਂ ਐਰੋ ਕੀ ਨਾਲ ਅਪ ਕੀਬੋਰਡ ਦੱਬੋ। ਕੀਬੋਰਡ ਦੀ ਉੱਪਰਲੀ ਕੀ ਦੱਬਾਂਗੇ, ਜਿਹਦੇ ਨਾਲ ਕਰਸਰ ਉੱਪਰ ਜਾਂਦਾ ਆ ਉਹ ਦੱਬਣ 'ਤੇ 5 ਤੋਂ 6 ਹੋ ਗਿਆ, 7, 8 ਜਿੰਨੀਆਂ ਮਰਜ਼ੀ। ਜਦੋਂ ਐਂਟਰ ਦੱਬਾਂਗੇ ਤਾਂ ਸਾਡੀ ਜਿਹੜੀ ਇਹ ਪੋਲੀਗਨ ਹੈ ਉਹਦੀਆਂ ਭੁਜਾਵਾਂ ਪਹਿਲਾਂ 5 ਸੀਗੀਆਂ, ਹੁਣ 8 ਹੋ ਗਈਆਂ। ਤੋ ਆਪਾਂ ਜਿੰਨੀਆਂ ਚਾਹੀਏ ਉਨੀਆਂ ਕਰ ਸਕਦੇ ਹਾਂ। ਮਿਨੀਮਮ 3 ਹੋਣਗੀਆਂ, 3 ਤੋਂ ਘੱਟ ਤਾਂ ਫਿਰ ਪੋਲੀਗਨ ਨਹੀਂ ਬਣਨੀ ਹੈਗੀ। 3 ਤੋਂ ਘੱਟ ਨਹੀਂ ਕਰ ਸਕਦੇ ਨਾ, 2 ਤਾਂ ਹੋ ਨਹੀਂ ਸਕਦੀਆਂ। ਹਾਈਅਰ ਲਿਮਿਟ ਹੋਊਗੀ ਕੋਈ, ਪਤਾ ਨਹੀਂ ਕਿੰਨੀ ਹੈ, ਆਪਾਂ ਭਰ ਕੇ ਦੇਖੀਏ। 100 ਦੇ ਉੱਤੇ ਸਰਕਲ ਵਰਗਾ ਹੀ ਬਣ ਗਿਆ, ਬਟ ਸਟਿਲ ਇਹ ਸਰਕਲ ਨਹੀਂ ਹੈਗਾ। ਇਹਦੇ ਵਿੱਚ ਸਰਕਲ ਵਰਗਾ ਤਾਂ ਬਣ ਗਿਆ ਵੀ ਬਹੁਤ ਨੇੜੇ ਪੁਆਇੰਟ ਆ ਗਏ, ਇੰਨੇ ਨੇੜੇ ਆ ਗਏ। ਜੇ ਤੁਸੀਂ ਜ਼ੂਮ ਕਰਕੇ ਵੱਡਾ ਕਰਕੇ ਦੇਖੋਗੇ, ਮੈਂ ਨਹੀਂ ਕਹਿੰਦਾ ਕਿ ਸਰਕਲ ਹੈ, ਸਰਕਲ ਨਹੀਂ ਹੋਊਗਾ। ਸਿਮੈਟਰੀਕਲ ਪੋਲੀਗਨ ਬਣਨੀ ਹੈ, 100 ਸਾਈਡਾਂ ਨੀਚੇ ਲਿਖਿਆ ਹੈ ਸਿਮੈਟਰੀਕਲ ਪੋਲੀਗਨ ਵਿਦ 100 ਸਾਈਡਸ। ਜਿੰਨੇ ਵੀ ਇਹਦੇ 'ਚ ਨਾ ਨੋਡਸ ਨੇ, 100 ਨੋਡਸ ਹੋਣਗੇ। ਕਲਿੱਕ ਕਰੋ ਨਾ, ਨੋਡਸ ਬਹੁਤ ਨੇੜੇ ਹੈਗੀਆਂ, ਇੰਨੇ ਨੇੜੇ ਕਿ ਸਰਕਲ ਹੀ ਬਣ ਗਿਆ। ਸਰਕਲ ਦੀਆਂ ਵੀ ਨੋਡਸ ਇੰਨੀ ਨੇੜੇ ਹੁੰਦੀਆਂ ਨਹੀਂ ਹੈਗੀਆਂ, ਉਹ ਤਾਂ ਨੋਡ ਹੁੰਦੀ ਨਹੀਂ ਹੈ, ਉਹ ਆਟੋਮੈਟਿਕਲੀ ਬਿਲਕੁਲ ਸੇਮ ਡਿਸਟੈਂਸ 'ਤੇ ਚੱਲਣਾ ਹੈ। ਸਪਾਈਕਸ ਉਹਦੀਆਂ ਬਿਲਕੁਲ ਜਿਵੇਂ ਇੱਕ ਚੱਕਾ ਆ, ਜਿਵੇਂ ਇੱਕ ਰਿਮ ਹੈ, ਉਹਦੇ ਵਿਚਕਾਰ ਤੋਂ ਸਪਾਈਕਸ ਨੇ, ਉਹ ਸਾਰੀਆਂ ਸਪਾਈਕਸ ਬਿਲਕੁਲ ਇਕੁਅਲ ਨੇ ਔਰ ਐਨ ਬਰਾਬਰ ਟੱਚ ਕਰਦੇ ਨੇ। ਇਹਦੇ ਵਿੱਚ ਵੀ ਲਗਭਗ ਸਰਕਲ ਵਰਗਾ ਹੀ ਬਣ ਗਿਆ, ਤਰੀ ਗੱਲ ਆ ਗਈ ਵਿੱਚ। ਅਤੇ ਜੇ ਅਸੀਂ ਇਹਦੀਆਂ ਪੋਲੀਗਨਸ ਦੀ ਘਟਾਉਣੀਆਂ ਹੋਣ ਤਾਂ ਆਪਾਂ ਦੁਬਾਰਾ ਪੋਲੀਗਨ ਟੂਲ 'ਤੇ ਚੱਲਦੇ ਹਾਂ। ਪ੍ਰੋਪਰਟੀ ਬਾਰ ਦੇ ਵਿੱਚ ਜਾ ਕੇ ਇੱਥੇ ਆਪਾਂ 100 ਨੂੰ 200 ਕਰ ਦਈਏ। 200 ਵੀ ਹੋ ਤਾਂ ਗਈਆਂ, ਮਤਲਬ ਕੋਈ ਲਿਮਿਟ ਹੈ, ਕੋਈ ਹਾਇਰ ਲਿਮਿਟ ਹੀ ਹੈ। ਬਹੁਤ ਜ਼ਿਆਦਾ ਨੋਡਸ ਆ ਗਈਆਂ, ਬਟ ਮੈਂ ਇਹਨੂੰ ਸਪੋਜ਼ ਦੈਟ ਕਿ 6 ਕਰ ਦਿੰਦਾ। ਹੁਣ ਇਹਦੇ ਵਿੱਚ ਕੀ ਹੋਇਆ, ਆਹ ਨੋਡਸ ਨੇ। ਇਹ ਨੋਡਸ ਕਿੰਨੀਆਂ ਨੇ ਦੇਖੋ ਜੀ, ਆਹ ਨੋਡ ਹੈ, ਇੱਕ ਆਹ ਨੋਡ ਹੈ। ਜਿਹੜੀ ਆਹ ਨੋਡ ਹੈ, ਇਹਨਾਂ ਦੋਨਾਂ ਯਾਨੀ ਕਿ ਹਰ ਇੱਕ ਪੁਆਇੰਟ ਦੇ ਵਿੱਚ ਜੇ ਮੈਂ 6 ਭੁਜੀ ਬਣਾਈ ਹੈ ਤਾਂ ਇਹਦਾ ਮਤਲਬ ਕਿ 12 ਕਿੰਨੀਆਂ 12 ਹੀ ਹੋ ਗਈਆਂ ਨਾ। 1 ਮਿੰਟ ਮੈਂ 3 ਕਰਕੇ ਦੇਖਾਂ, 3 3 6, ਹਾਂ ਦੁਗਣੀਆਂ ਹੁੰਦੀਆਂ ਨੇ। ਜੇ ਮੈਂ 6 ਕਰਾਂ ਤਾਂ 12 ਨੋਡਸ ਬਣ ਗਈਆਂ। ਤੋ ਜਦੋਂ ਅਸੀਂ ਨੋਡ ਐਡਿਟ ਟੂਲ ਨੂੰ ਯੂਜ਼ ਕਰਕੇ ਇਹਦੀ ਕਿਸੇ ਨੋਡ ਨੂੰ ਚੇਂਜ ਕਰਦੇ ਹਾਂ ਤਾਂ ਸਿਮੈਟਰੀਕਲ ਨੇ। ਜੇ ਇੱਕ ਨੂੰ ਬਦਲਾਂਗੇ ਤਾਂ ਦੂਜੀ ਵੀ ਆਪੇ ਨਾਲ ਦੀ ਨਾਲ ਹੀ ਉਵੇਂ ਹੀ ਉੱਠੂਗੀ। ਬਾਹਰ ਨੂੰ ਉਠਾ ਲਓ ਜਾਂ ਅੰਦਰ ਨੂੰ ਉਠਾ ਲਓ। ਅੰਦਰ ਨੂੰ ਉਠਾਵਾਂਗੇ ਤਾਂ ਇਹ ਸਟਾਰ ਟਾਈਪ ਬਣ ਜੂਗੀ, ਬਾਹਰ ਨੂੰ ਉਠਾਵਾਂਗੇ ਤਾਂ ਵੀ ਇਹ ਸਟਾਰ ਹੀ ਬਣ ਜਾਂਦਾ ਹੈ। ਸਟਾਰ ਇੱਦਾਂ ਜਾਂ ਸਟਾਰ ਇੱਦਾਂ। ਸਿਮੈਟਰੀਕਲ ਹੈ ਕਿ ਜੇ ਆਪਾਂ ਨੋਡ ਬਾਹਰ ਨੂੰ ਖਿੱਚਾਂਗੇ, ਇੱਕ ਨੂੰ ਖਿੱਚਾਂਗੇ, ਬਾਕੀ ਵੀ ਨਾਲ ਸੇਮ ਹੀ ਐਂਗਲ 'ਤੇ ਇੱਦਾਂ ਵੀ ਕਰ ਸਕਦੇ ਹਾਂ। ਐਂਗਲ ਵੀ ਇਹਦਾ ਕਰ ਸਕਦੇ ਹਾਂ। ਪੋਲੀਗਨ ਟੂਲ ਦੇ ਵਿੱਚ ਆਪਾਂ ਪੋਲੀਗਨ ਤਾਂ ਬਣਾਉਣੀ ਗੱਲ ਕਰ ਹੀ ਲਈ ਹੈ, ਕਿੱਥੋਂ ਆਪਾਂ ਜਿੰਨੀਆਂ ਭੁਜਾਵਾਂ ਚਾਹੀਏ ਬਣਾ ਸਕਦੇ ਹਾਂ। 9 ਕਰਦੇ ਹਾਂ, ਐਂਟਰ ਕੀਤਾ, 9 ਭੁਜਾ ਬਣ ਗਈ। ਇਹਦੇ ਵਿੱਚ
ਸ਼ੇਪ 2 'ਚ ਜਾਓਗੇ ਨਾ, ਤੇ ਇਹਦੇ ਇਨ ਬਿਟਵੀਨ ਬਿਲਕੁਲ ਹਰ ਪੋਲੀਗਨ ਦੇ ਵਿਚਾਲੇ ਸੈਂਟਰ ਦੇ ਵਿੱਚ ਆ ਨੋਡ ਹੈ। ਇਹ ਨੋਡ ਨੂੰ ਆਪਾਂ ਅੰਦਰ ਨੂੰ ਵੀ ਜਾਂ ਬਾਹਰ ਨੂੰ ਵੀ ਮੂਵ ਕਰ ਸਕਦੇ ਹਾਂ। ਪੋਲੀਗਨ ਨੂੰ ਆਪਾਂ ਸਟਾਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਸਟਾਰ ਵਰਗੀ ਚੀਜ਼ ਬਣ ਗਈ। ਤੇ ਜਿਹੜੀ ਇਹ ਨੋਡ ਹੈ ਇਹ ਸਿਮੈਟ੍ਰੀਕਲ ਹੈ, ਯਾਨੀ ਜਿੰਨਾ ਆਪਾਂ ਇਸ ਨੋਡ ਨੂੰ ਮੂਵ ਕਰਾਂਗੇ, ਇਕੱਲੀ ਇਹੀ ਨਹੀਂ, ਜਿੰਨੀਆਂ ਵੀ ਇਸ ਪੋਲੀਗਨ ਦੀਆਂ ਹੋਰ ਵੀ 8 ਨੋਡਸ ਨੇ, ਟੋਟਲ 9 ਨੋਡਸ ਨੇ ਇਹਦੇ ਵਿੱਚ। ਨੌਹਾਂ ਦਾ ਜਿਹੜਾ ਮੂਵਮੈਂਟ ਹੈ ਸਿਮੈਟ੍ਰੀਕਲੀ, ਇੱਕ ਨੂੰ ਮੂਵ ਕੀਤਾ ਉਸੇ ਹੀ ਤਰੀਕੇ ਨਾਲ, ਉਸੇ ਹੀ ਐਂਗਲ ਤੇ ਬਾਕੀ ਸਾਰੀਆਂ ਨੋਡਸ ਵੀ ਮੂਵ ਹੋ ਰਹੀਆਂ ਨੇ। ਤੇ ਜੇ ਅਸੀਂ ਇਹ ਨੋਡ ਨੂੰ ਮਿਟਾ ਦਈਏ, ਇੱਥੋਂ ਆਪਾਂ ਡਿਲੀਟ ਕੀ ਦਬੀਆ ਕਿ ਆ ਡਿਲੀਟ ਨੋਡ ਹੈ, ਜਾਂ ਕੀਬੋਰਡ ਤੋਂ ਡਿਲੀਟ ਦੱਬ ਦਈਏ, ਜਾਂ ਇਹਦੇ ਤੇ ਡਬਲ ਕਲਿੱਕ ਕਰ ਦਈਏ, ਇਹ ਨੋਡ ਮਿਟ ਜੂਗੀ, ਮਿਟ ਗਈ। ਤਾਂ ਹੁਣ ਇਹ ਪੋਲੀਗਨ ਇੱਦਾਂ ਦੀ ਬਣ ਗਈ ਜਿਹਦੇ ਵਿਚਕਾਰ ਨੋਡ ਹੈ ਨਹੀਂ ਗੀ, ਤੇ ਹੁਣ ਆਪਾਂ ਸਟਾਰ ਨਹੀਂ ਬਣਾ ਸਕਦੇ ਦਾ। ਬਟ ਨੋ ਪ੍ਰੋਬਲਮ, ਅਸੀਂ ਹੁਣ ਵੀ ਇੱਥੇ ਡਬਲ ਕਲਿੱਕ ਕਰਕੇ ਕਿਤੇ ਵੀ ਨੋਡ ਨਵੀਂ ਲਗਾ ਸਕਦੇ ਹਾਂ। ਕੀ 2 ਨੋਡਾਂ ਵੀ ਲਗਾ ਸਕਦੇ ਹਾਂ? ਹਾਂ, 2 ਨੋਡਸ ਵੀ ਲਗਾ ਸਕਦੇ ਹਾਂ। ਇੱਦਾਂ ਇਹਦੀਆਂ ਸ਼ੇਪਸ ਇਹ ਇੱਦਾਂ ਕਰ ਲਿਓ, ਜੀ 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 ਜੀ। ਇਸ ਤਰ੍ਹਾਂ ਵੀ ਜਿਹੜੀਆਂ 2 ਨੋਡ ਲਗਾਈਆਂ ਨੇ ਉਹਨਾਂ ਵਿੱਚੋਂ ਇਹ ਨੋਡ ਸਿਮੈਟ੍ਰੀਕਲੀ ਹੈ। ਬਸ ਇਹਦਾ ਮੇਨ ਚੀਜ਼ ਹੈ ਕਿ ਜੇ ਇੱਕ ਨੋਡ ਨੂੰ ਚੇਂਜ ਕਰਦਾ ਤਾਂ ਉਹਦੇ ਨਾਲ ਦੀਆਂ ਹੋਰ 8 ਨੋਡਸ ਨੇ ਸੇਮ ਹੀ ਐਂਗਲ ਤੇ ਸੇਮ ਹੀ ਡਿਸਟੈਂਸ ਨਾਲ ਮੂਵਮੈਂਟ ਬਰਾਬਰ ਚੱਲਦੀ ਹੈ। ਤੋ ਇਹ ਆਪਾਂ ਨੇ ਕੀ ਕੀਤਾ ਹੈ, ਪੋਲੀਗਨ ਟੂਲ। ਪੋਲੀਗਨ ਨੂੰ ਆਪਾਂ ਨੋਡ ਐਡਿਟ ਨਾਲ ਵਿਚਕਾਰ ਨੋਡਸ ਲਗਾ ਕੇ ਉਹਦੀਆਂ ਰੀਸ਼ੇਪਿੰਗ ਕਰ ਸਕਦੇ ਹਾਂ, ਬਟ ਸਿਮੈਟ੍ਰੀਕਲ। ਖਾਸ ਚੀਜ਼ ਇਹ 'ਚ ਆ ਗਈ ਸਿਮੈਟ੍ਰੀਕਲ ਪੋਲੀਗਨ। ਹੁਣ ਇਹ 'ਚ ਟੋਟਲ ਨੋਡਸ 45 ਹੋ ਗਈਆਂ। 9 ਲਾਈਆਂ ਸੀਗੀਆਂ, 18 ਆਪੇ ਬਣ ਜਾਂਦੀਆਂ ਨੇ, ਵਿਚਕਾਰ ਫਿਰ ਮੈਂ 2 ਵਾਰੀ ਹੋਰ ਲਾਈਆਂ ਨੇ। 9 × 5 45, ਯਾਨੀ ਜੇ ਮੈਂ ਇਹਦੀਆਂ ਪੋਲੀਗਨ ਦੀਆਂ ਭੁਜਾਵਾਂ 9 ਨੇ ਤਾਂ 45 ਨੋਡ ਬਣ ਗਈਆਂ। ਜੇ ਮੈਂ ਇਹਦੀਆਂ ਭੁਜਾਵਾਂ ਘਟਾ ਦਿੰਦਾ ਆ, ਮੰਨ ਲਓ ਇੱਥੇ ਮੈਂ ਪੋਲੀਗਨ 'ਤੇ ਦੁਬਾਰਾ ਗਿਆ, ਇਹਦੀਆਂ ਭੁਜਾਵਾਂ ਮੈਂ 8 ਕਰ ਦੇਵਾਂ, 8 × 5 40 ਬਣ ਜਾਣ ਜਿਹੜੀਆਂ ਨੇ। ਹੁਣ ਇਹ ਕੀ ਕਹਿੰਦਾ ਆ, ਇਹਦੀਆਂ ਸਾਈਡਾਂ ਇਹ ਨੇ, ਇਹਦੀਆਂ ਨੋਡਸ ਕਿੰਨੀਆਂ ਨੇ? ਜਦੋਂ ਨੋਡ ਐਡਿਟ 'ਤੇ ਜਾਂਦੇ ਹਾਂ ਇੱਥੇ 40 ਨੋਡਸ ਲਿਖੀਆਂ ਆ ਗਈਆਂ। ਸਿਮੈਟ੍ਰੀਕਲ ਹੈ ਜੀ। ਜੇ ਇਹਦੀ ਸਿਮੈਟਰੀ ਅਨਸਿਮੈਟ੍ਰਿਕ ਕਰਨੀ ਹੋਵੇ ਤਾਂ ਇਹਨੂੰ ਕਨਵਰਟ ਟੂ ਕਰੋ ਕਰ ਲਓ। ਜਦ ਤੱਕ ਇਹ ਪੋਲੀਗਨ ਹੈ ਤਦ ਤੱਕ ਇਹ ਸਿਮੈਟ੍ਰੀਕਲ ਰਹੂਗਾ। ਜੇ ਤੁਸੀਂ ਇਹਨੂੰ ਕਨਵਰਟ ਟੂ ਕਰੋ ਕਰ ਲਿਆ, ਫਿਰ ਤੁਸੀਂ ਜਿਹੜੀ ਮਰਜ਼ੀ ਨੋਡ ਨੂੰ ਇਕੱਲੀ ਨੂੰ ਅਲੱਗ-ਅਲੱਗ ਬਦਲ ਸਕਦੇ ਹੋ। ਇੱਕ ਬਦਲੋਗੇ ਦੂਜੀ ਨਹੀਂ ਬਦਲੂਗੀ, ਇੱਕ ਅਲੱਗ ਦੂਜੀ ਅਲੱਗ, ਆਪਸ 'ਚ ਇੰਡੀਪੈਂਡੈਂਟ ਹੋ ਜਾਣਗੀਆਂ। ਹੁਣ ਸਾਰੇ ਨੋਡ ਇੱਕ ਦੂਜੇ ਨਾਲ ਡਿਪੈਂਡੈਂਟ ਨੇ। ਤੋ ਦਿਸ ਵਾਜ਼ ਅਬਾਊਟ ਪੋਲੀਗਨ। ਇਹਦੇ ਵਿੱਚ ਇੱਕ ਆ ਹੋਰ ਹੈ ਗ੍ਰਾਫ ਪੇਪਰ। ਨਹੀਂ, ਇੱਕ ਮਿੰਟ ਜੀ, ਪੋਲੀਗਨ ਦੇ ਅੰਦਰ ਹੀ ਆਪਾਂ ਦੇਖਿਆ ਇੱਥੇ ਇੱਕ ਚੀਜ਼ ਹੈਗੀ ਆ ਪੋਲੀਗਨ, ਦੂਜੀ ਹੈ ਸਟਾਰ। ਜੇ ਮੈਂ ਸਟਾਰ 'ਤੇ ਕਲਿੱਕ ਕਰਦਾ ਤਾਂ ਉਸ ਚੀਜ਼ ਦਾ ਸਟਾਰ ਬਣ ਗਿਆ। ਇਹ ਤਾਂ ਸਮਾਨ ਜ਼ਿਆਦਾ ਪੈ ਗਿਆ। ਮੈਂ ਸਿੰਪਲੀ ਇੱਕ ਨਵੀਂ ਪੋਲੀਗਨ ਬਣਾਉਣਾ ਤੇ ਹੁਣ ਜੇ ਮੈਂ ਸਟਾਰ 'ਤੇ ਕਲਿੱਕ ਕਰਦਾ ਤਾਂ ਉਸੇ ਪੋਲੀਗਨ ਦਾ ਸਟਾਰ ਬਣ ਗਿਆ। ਸਟਾਰ ਦੇ ਵਿੱਚ 5 ਉਹਦੀਆਂ 5 ਸਟਾਰਸ ਨੇ, ਯਾਨੀ ਕਿ 5 ਸਟਾਰ ਹੋ ਗਿਆ ਇਹ। ਜੇ ਆਪਾਂ ਇਹਨੂੰ 6 7 ਇਹਦੇ 'ਚ ਜਿੰਨੀਆਂ ਚਾਹੀਏ ਉਨੀਆਂ ਆਪਾਂ ਐਂਗਲਸ ਬਣਾ ਸਕਦੇ ਹਾਂ। ਘਟਿਆ ਹੈ ਠੀਕ ਲੱਗਦਾ ਆ, ਇੱਦਾਂ ਦਾ ਸਟਾਰ ਠੀਕ ਲੱਗਦਾ ਆ। ਜੇ 4 ਹੀ ਕਰਦੇ ਤਾਂ ਫਿਰ ਇਹ ਸਟਾਰ ਰਿਹਾ ਹੀ ਨਹੀਂ ਹੈਗਾ। ਸਟਾਰ ਵਾਸਤੇ ਘੱਟੋ ਘੱਟ ਰੈਕਟੈਂਗਲ। ਅੱਛਾ, ਇਹ ਰੈਕਟੈਂਗਲ ਹੀ ਕਨਵਰਟ ਹੋ ਗਈ, ਆਹ ਸਟਾਰ ਬਣ ਗਿਆ ਜੀ। ਇਹ ਸੀ, ਇਹਨੂੰ ਮੈਂ ਸਾਈਡ 'ਤੇ ਕਰ ਦਿੰਦਾ। ਹੁਣ ਆਪਾਂ ਇਹਦੇ ਵਿੱਚ ਅੱਗੇ ਗੱਲ ਕਰੀਏ ਗ੍ਰਾਫ ਪੇਪਰ ਦੀ। ਗ੍ਰਾਫ ਪੇਪਰ ਦਾ ਮਤਲਬ ਹੈ ਇਹ ਇੱਕ ਜਿਵੇਂ ਮੈਟ੍ਰਿਕਸ ਹੁੰਦਾ ਉੱਦਾਂ ਹੈ। ਇਹਦੇ ਵਿੱਚ ਜਦੋਂ ਅਸੀਂ ਇਹਨੂੰ ਬਣਾਉਂਦੇ ਹਾਂ ਉਸ ਤੋਂ ਬਾਅਦ ਨਾ ਪ੍ਰੋਪਰਟੀ ਬਾਰ ਦੇ ਵਿੱਚ ਦੇਖੋ ਇੱਥੇ ਲਿਖਿਆ ਹੈ 4 ਇਹਦੇ ਵਿੱਚ ਕਾਲਮ ਨੇ, 3 ਇਹਦੇ 'ਚ ਰੋਜ਼ ਨੇ। 4 ਹਾਂ 1 2 3 4 ਕਾਲਮਸ ਨੇ, 3 ਰੋਜ਼ ਨੇ। ਅਤੇ ਜੇ ਆਪਾਂ ਇੱਥੋਂ ਵੈਲਿਊ ਬਦਲਦੀ ਇਹਨੂੰ ਆਪਾਂ 30 ਕਰ ਦਈਏ, ਐਂਟਰ ਦੱਬ ਦਈਏ, ਹੋਇਆ ਨਹੀਂ ਕੀ ਗੱਲ? ਅੱਛਾ, ਇਹ ਨਵਾਂ ਹੀ ਬਣੂਗਾ। ਇਹ 4 3 ਦਾ ਬਣ ਗਿਆ। ਹੁਣ ਆਪਾਂ ਜਦੋਂ ਬਣਾਵਾਂਗੇ ਤਾਂ 4 30 ਦਾ ਬਣ ਗਿਆ। ਮਤਲਬ ਬਣੇ ਹੋਏ ਨੂੰ ਇਹ ਚੇਂਜ ਨਹੀਂ ਕਰਦਾ ਹੈਗਾ, ਬਟ ਨਵਾਂ ਬਣਾ ਦੂਗਾ। ਤੋ 30 ਕਹਿਤਾ, ਮੈਂ ਅਗੇਨ ਚੈੱਕ ਕਰਾਂ, ਇਹ ਨਵੇਂ ਨੂੰ ਹੀ ਬਣਾਊਗਾ, ਪੁਰਾਣੇ ਨੂੰ ਚੇਂਜ ਕਿਉਂ ਨਹੀਂ ਕਰਦਾ ਹੈਗਾ। ਜੇ ਮੈਂ ਇੱਥੇ ਮੰਨ ਲਓ 20 ਕਰ ਦੇਵਾਂ, ਐਂਟਰ ਕਰ ਦੇਵਾਂ, ਉਹ ਬਣੇ ਹੋਏ ਨੂੰ ਕੋਈ ਫਰਕ ਨਹੀਂ ਪੈਣਾ ਹੈਗਾ। ਇਹਦਾ ਮਤਲਬ ਕਿ ਜਦੋਂ ਮੈਂ
ਗ੍ਰਾਫ ਪੇਪਰ ਬਣਾਉਣਾ ਹੈ ਤਾਂ ਪਹਿਲਾਂ ਮੈਂ ਸਿਲੈਕਟ ਕਰੂੰਗਾ ਮੈਨੂੰ ਕਿੰਨੀਆਂ ਰੂ ਕਿੰਨੇ ਕਾਲਮ ਚਾਹੀਦੇ ਨੇ। ਜਿੱਦਾਂ ਹੁਣ ਮੈਂ ਇੱਥੇ ਕਰ ਦੇਣਾ 10x10 ਅਤੇ ਹੁਣ ਮੈਂ ਜੇ ਬਣਾਉਣਾ ਆ ਤਾਂ 10x10 ਦਾ ਇਹ ਬਾਕਸ ਬਣ ਗਿਆ, ਇਹ ਗ੍ਰਿਡ ਬਣ ਗਿਆ, ਇੱਕ ਗ੍ਰਾਫ ਪੇਪਰ ਬਣ ਗਿਆ। ਇਜ਼ ਇਟ ਕਲੀਅਰ? ਇਹ ਹੈ ਕੀ ਹੈ? ਇਹ ਹੈ ਇਹੀ ਹੈ ਕਿ ਇੱਕ ਰੈਕਟੈਂਗਲ ਨਹੀਂ ਬਣੀ, 10 ਰੈਕਟੈਂਗਲ ਇੱਧਰ ਨੂੰ 10 ਇੱਧਰ ਨੂੰ 10 ਨਹੀਂ 100 ਰੈਕਟੈਂਗਲਾਂ ਬਣ ਗਿਆ। ਐਕਚੁਅਲੀ ਇੱਕ ਗਰੁੱਪ ਆਫ ਰੈਕਟੈਂਗਲ ਕਹਿ ਸਕਦੇ ਹਾਂ। ਮੈਂ ਡਿਲੀਟ ਕਰਕੇ ਅਗਲੇ ਕਮਾਂਡ 'ਤੇ ਅਗਲੇ ਟੌਪਿਕ 'ਤੇ ਚੱਲਦਾ ਹਾਂ। ਇੱਦਾਂ ਹੀ ਸਪਾਇਰਲ ਹੈ, ਇਹਦੇ 'ਚ ਵੀ ਸਿੱਖਣ ਵਾਲੀ ਗੱਲ ਕੋਈ ਖਾਸ ਨਹੀਂ ਹੈ। ਬਣਾ ਲਿਆ, ਬਣਾਉਣ ਤੋਂ ਬਾਅਦ ਇੱਥੇ 4 ਨੇ ਨਾ, ਇਹਨੂੰ ਆਪਾਂ 5 ਕਰ ਦਈਏ। ਇਹ ਵੀ ਇਹੀ ਗੱਲ ਹੈ ਕਿ ਪਹਿਲਾਂ ਕਰ ਲਓ, ਬਾਅਦ ਵਿੱਚ ਨਹੀਂ ਚੇਂਜ ਹੋ ਰਹੇ। ਤੋ ਇਹ ਜਿਹੜਾ ਸਪਾਇਰਲ ਹੈ ਇਹਦੇ ਵਿੱਚ ਜਿਹੜੀਆਂ ਨੋਡਸ ਨੇ, ਜੇ ਮੈਂ ਇਹਨੂੰ ਵਧਾਉਣਾ ਘਟਾਉਣਾ ਆ, ਅੱਛਾ ਇੱਕ ਕਰਵ ਵੀ ਹੈ, ਕੱਲਾ ਚੇਂਜ ਹੁੰਦਾ ਦਾ ਮਤਲਬ ਕੋਈ ਸਿਮੈਟਰੀ ਨਹੀਂ ਹੈਗੀ, ਇਹ ਕਰਵ ਦੀ ਤਰ੍ਹਾਂ ਹੀ ਹੈ। ਬਸ ਇਹ ਹੈ ਵੀ ਉਹਨੇ ਆਪਣੇ ਆਪ ਹੀ ਉਹ ਚੀਜ਼ ਬਣਾਤੀ ਫਟਾਫਟ, ਕੋਈ ਸਿਮੈਟਰੀ ਨਹੀਂ ਹੈਗੀ। ਅੱਛਾ ਜਿਹੜਾ ਗ੍ਰਿਡ ਬਣਾਉਂਦੇ ਆ ਉਹ ਸਿਮੈਟਰੀਕਲ ਹੈ, ਮੈਨੂੰ ਇੱਕ ਵਾਰੀ ਦੇਖ ਲੈਣ ਦਿਓ। ਜਿਵੇਂ ਹੁਣ ਸਿਮੈਟਰਿਕ ਦਾ ਮਤਲਬ ਕੀ ਹੈ, ਸਪੋਜ਼ ਆਪਾਂ ਨੇ ਗ੍ਰਾਫ ਪੇਪਰ ਬਣਾਇਆ ਅਤੇ ਇਹਦੇ ਵਿੱਚ ਜੇ ਆਪਾਂ ਨੋਡ ਐਡਿਟ ਯੂਜ਼ ਕਰਦੇ ਹਾਂ ਤਾਂ ਕੀ ਕਰ ਸਕਦੇ ਹਾਂ? ਨਹੀਂ, ਇਹਦੇ 'ਤੇ ਕੋਈ ਸ਼ੇਪਿੰਗ ਨਹੀਂ ਹੈ, ਇਹ ਐਜ਼ ਇਟ ਇਜ਼ ਹੀ ਰਹਿਣਾ ਆ। ਜੇ ਤੁਸੀਂ ਚਾਹੁੰਦੇ ਹੋ ਕਿ ਇਹਦੇ ਵਿੱਚ ਤੁਸੀਂ ਸ਼ੇਪਿੰਗ ਚੇਂਜ ਕਰ ਸਕੋ ਤਾਂ ਤੁਹਾਨੂੰ ਇਹ ਕਨਵਰਟ ਟੂ ਕਰਵ ਕਰਨਾ ਪਊਗਾ। ਕੰਟਰੋਲ ਕਿਉਂ ਦੱਬ ਦਿੰਦੇ ਆ, ਕੰਟਰੋਲ ਕਿਉਂ ਸ਼ਾਰਟਕਟ ਨਾਲ ਇਹ ਕਰਵ ਬਣ ਜਾਂਦਾ। ਹੁਣ ਤੁਸੀਂ ਦੇਖੋ ਇਹ 'ਚ ਨੋਡ ਐਡਿਟ ਚੱਲਣਾ ਚਾਹੀਦਾ ਹੈ, ਨਹੀਂ ਚੱਲਦਾ ਹੈਗਾ। ਨਹੀਂ ਕੁਝ ਗਲਤੀ ਹੈ, ਚੱਲਣਾ ਵੀ ਨਹੀਂ ਹੈਗਾ। ਇਹ ਗਰੁੱਪ ਹੈ, ਗਰੁੱਪ ਆਫ 100 ਆਬਜੈਕਟਸ। ਇਹਦੇ ਵਿੱਚ ਕੀ ਹੈ, ਇਹ ਇੱਕ ਰੈਕਟੈਂਗਲ ਨਹੀਂ ਹੈ, ਇਹ 'ਚ 100 ਰੈਕਟੈਂਗਲਾਂ ਨੇ, ਇਹਨਾਂ ਨੂੰ ਗਰੁੱਪ ਕੀਤਾ ਹੋਇਆ। ਮਤਲਬ ਅਸੀਂ ਆਪ ਬਣਾ ਕੇ ਗਰੁੱਪ ਕਰ ਲਈਏ ਤਾਂ ਵੀ ਇਹੀ ਕੋਈ ਬਣਨਾ ਸੀ। ਕੰਟਰੋਲ ਯੂ ਇੱਕ ਨਾ ਗਰੁੱਪ ਦਾ ਕਿਵੇਂ ਆ, ਆਪਾਂ ਨੇ ਕਦੇ ਟੌਪਿਕ ਗਰੁੱਪ ਪੜ੍ਹਿਆ ਨਹੀਂ ਹੈਗਾ। ਗਰੁੱਪ ਕੀ ਹੈ, ਜਿਵੇਂ ਆਹ ਇੱਕ ਆਬਜੈਕਟ ਹੈ, ਇਹਨੂੰ ਕਲਿੱਕ ਕੀਤਾ ਸਿਲੈਕਟ ਹੋ ਗਿਆ, ਦੂਜਾ ਇਹਨੂੰ ਕਲਿੱਕ ਕੀਤਾ ਸਿਲੈਕਟ ਹੋ ਗਿਆ, ਦੋਨੇ ਇਕੱਠੇ ਸਿਲੈਕਟ ਹੋ ਕੇ ਕੰਟਰੋਲ ਜੀ ਦੱਬ ਦੇਣਾ ਤਾਂ ਇੱਕ ਗਰੁੱਪ ਹੋ ਜਾਣੇ ਆ। ਗਰੁੱਪ ਦਾ ਮਤਲਬ ਹੈ ਵੀ ਇਹ ਦੋਨੇ ਆਬਜੈਕਟ ਨੂੰ ਕੰਪਿਊਟਰ ਇੱਕ ਆਬਜੈਕਟ ਦੀ ਤਰ੍ਹਾਂ ਟਰੀਟ ਕਰੂਗਾ। ਇੱਥੇ ਵੀ ਕੀ ਹੈ, ਇਹ ਨਾਲ ਜੁੜੀਆਂ ਹੋਈਆਂ 100 ਰੈਕਟੈਂਗਲਸ ਨੇ, ਇਕੁਅਲ ਸਾਈਜ਼ ਦੀਆਂ, ਅਤੇ ਉਹ ਗਰੁੱਪ ਹੋਈਆਂ ਨੇ। ਜੇ ਆਪਾਂ ਇਹ ਚਾਹੁੰਦੇ ਹਾਂ ਕਿ ਇਹਦੇ 'ਤੇ ਆਪਾਂ ਐਡੀਟਿੰਗ ਕਰ ਸਕੀਏ ਇਕੱਲੇ ਉੱਤੇ, ਤਾਂ ਅਨਗਰੁੱਪ ਕਰਨਾ ਆ। ਗਰੁੱਪ ਕਰਨ ਦੀ ਕਮਾਂਡ ਕੰਟਰੋਲ ਜੀ ਹੈ ਸ਼ਾਰਟਕਟ ਕੀ, ਔਰ ਅਨਗਰੁੱਪ ਦੀ ਕੰਟਰੋਲ ਯੂ ਹੈ। ਆਪਣੇ ਕੋਲ ਇੱਕ ਕਮਾਂਡ ਆਉਣਗੀਆਂ, ਉਹ ਸਿੱਖ ਵੀ ਲਵਾਂਗੇ। ਕੰਟਰੋਲ ਯੂ ਦੱਬਿਆ, ਅਨਗਰੁੱਪ ਹੋ ਗਿਆ। ਹੁਣ ਕੀ ਹੈ, ਇਹ ਇੱਕ ਰੈਕਟੈਂਗਲ ਬਣ ਗਈ, ਆਹ ਦੂਜੀ ਰੈਕਟੈਂਗਲ ਹੈ। ਅਤੇ ਜੇ ਨੋਡ ਐਡਿਟ ਯੂਜ਼ ਕਰਦੇ ਹੋ, ਕਰਵ ਨਹੀਂ ਨਾ, ਇਹਨਾਂ 'ਚ ਕਰਵ ਪਹਿਲਾਂ ਆਪਾਂ ਕਰ ਚੁੱਕੇ ਸੀਗੇ, ਕਨਵਰਟ ਟੂ ਕਰਵ ਪਹਿਲਾਂ ਕਰ ਚੁੱਕੇ ਸੀਗੇ, ਇਸ ਕਰਕੇ ਕਰਵ ਬਣ ਗਈ। ਜੇ ਕਨਵਰਟ ਟੂ ਕਰਵ ਨਾ ਕੀਤੇ ਹੁੰਦੇ ਤਾਂ ਇਕੱਲੀ ਨੇ ਰੈਕਟੈਂਗਲ ਬਣ ਜਾਣਾ ਸੀ। ਤਦੀ ਮੈਂ ਸਟਾਰਟਿੰਗ ਤੋਂ ਕਿਹਾ ਸੀਗਾ ਵੀ ਹਰ ਚੀਜ਼ ਬੇਸਿਕਲੀ 4 ਚੀਜ਼ਾਂ ਤੋਂ ਬਣਦੀ ਹੈ। ਜਾਂ ਉਹ ਕਰਵ ਹੋਊਗਾ, ਕਰਵ ਦਾ ਮਤਲਬ ਜੋ ਮਰਜ਼ੀ ਸ਼ੇਪ ਦੇ ਦਿਓ, ਜਾਂ ਰੈਕਟੈਂਗਲ ਹੋਊਗੀ, ਜਾਂ ਉਹ ਟੈਕਸਟ ਹੋਊਗਾ, ਅਤੇ ਜਾਂ ਫਿਰ ਉਹ ਐਲਿਪਸ ਹੋਊਗਾ। ਬੇਸਿਕ ਸ਼ੇਪਸ 4 ਨੇ, 4 ਤੋਂ ਹੀ ਬਣਦੇ ਨੇ। ਹੁਣ ਜਿਹੜੀ ਗ੍ਰਿਡ ਹੈ ਇਹ 4 ਬੇਸਿਕ ਸ਼ੇਪਸ ਦੇ ਵਿੱਚੋਂ ਰੈਕਟੈਂਗਲ ਦੇ ਵਿੱਚੋਂ ਬਣੀ ਹੋਈ ਹੈ। ਜਿਹੜਾ ਆਹ ਬਣਾਇਆ ਹੋਇਆ ਆਪਾਂ ਨੇ ਸਪਾਇਰਲ, ਇਹ ਕਰਵ ਹੀ ਹੈ। ਇਹ ਉਹਨੇ ਆਟੋਮੈਟਿਕਲੀ ਉਸ ਹਿਸਾਬ ਨਾਲ ਇਕੁਅਲ ਜਿਵੇਂ ਦਾਇਰਾ ਜਾਂ ਇਕੁਅਲ ਡਿਸਟੈਂਸ ਦੇ ਕੇ ਬਣਾ ਦਿੱਤਾ। ਸਰਕਲ ਦੇ ਬਣਾਤੇ, ਜਾਂ ਕਹਿ ਲਓ ਸਪਾਇਰਲ ਜਿਹਾ ਬਣਾਤਾ, ਲੇਕਿਨ ਇਹ ਕਰਵ ਆਬਜੈਕਟ ਹੈ। ਇਹਦੇ ਵਿੱਚ ਆਪਾਂ ਨੋਡ ਐਡਿਟ ਨੂੰ ਯੂਜ਼ ਕਰਕੇ ਇਹਦੀ ਨੋਡ ਨੂੰ ਕਿੱਥੇ ਮਰਜ਼ੀ ਕਿਵੇਂ ਮਰਜ਼ੀ ਸੈੱਟ ਕਰ ਸਕਦੇ ਹਾਂ। ਤਾਂ ਮੈਂ ਇਹਨਾਂ ਨੂੰ ਡਿਲੀਟ ਕਰਦਾ, ਕਿਸੇ ਵੀ ਆਬਜੈਕਟ 'ਤੇ ਕਲਿੱਕ ਕਰਦੇ ਹਾਂ, ਇਹ ਆਬਜੈਕਟ ਸਿਲੈਕਟ ਹੋ ਗਿਆ। ਇਹਨੂੰ ਵੀ ਕਲਿੱਕ ਕਰਦੇ ਹਾਂ, ਇਹ ਵੀ ਸਿਲੈਕਟ ਹੋ ਗਿਆ। ਹੁਣ ਇੱਥੇ ਮੈਨੂੰ ਇਕੱਲਾ ਸਿਲੈਕਟ ਕਰਕੇ ਇਕੱਲਾ ਮਿਟਣਾ ਪਊਗਾ। ਇਹ ਵੀ ਤਰੀਕਾ ਹੈ ਕਿ ਮੈਂ ਆਹ ਟੂਲ ਯੂਜ਼ ਕੀਤਾ ਹੋਇਆ, ਮਾਰਕਵੀ ਦੇ ਨਾਲ ਇੱਦਾਂ ਸਿਲੈਕਸ਼ਨ ਨੂੰ ਵਧਾ ਲਿਆ, ਤਾਂ ਜਿੰਨਾ ਏਰੀਆ ਮੈਂ ਮਾਰਕਵੀ ਕੀਤਾ ਉਹਨਾਂ ਇਕੱਠਾ ਸਿਲੈਕਟ ਹੋ ਗਿਆ। 2 ਮਿੰਟ ਜੀ, ਕਿਤੇ ਮਾਊਸ ਕਲਿੱਕ ਹੋ ਗਿਆ। ਹੁਣ ਮੈਂ ਇਹਨੂੰ ਇਕੱਠੇ ਨੂੰ ਡਿਲੀਟ ਕਰ ਸਕਦਾ। ਤੋ ਇਹ ਹੋ ਗਏ। ਆਹ ਇੱਕ ਟੂਲ ਹੋਰ ਹੈ, ਇਹ MS ਵਰਡ 'ਚ ਵੀ ਹੁੰਦਾ ਆ। ਇਹ 'ਚ ਕੀ ਆ, ਸ਼ੇਪਸ ਪਹਿਲਾਂ ਹੀ ਬਣੀਆਂ ਹੋਈਆਂ ਨੇ। ਕਿਹੜੀਆਂ ਸ਼ੇਪਸ ਬਣੀਆਂ ਨੇ ਦੇਖੋ, ਇਹਦੇ ਵਿੱਚ ਇੱਕ ਤਾਂ ਆਹ ਹਨ, ਇਹਨੂੰ ਕਹਿੰਦੇ ਬੇਸਿਕ ਸ਼ੇਪਸ। ਜਦੋਂ ਤੁਸੀਂ ਬੇਸਿਕ ਸ਼ੇਪਸ ਕਲਿੱਕ ਕਰਦੇ ਹੋ, ਇੱਥੇ ਤੁਹਾਡੇ ਕੋਲ ਆਹ ਬੇਸਿਕ ਸ਼ੇਪਸ ਆ ਗਈਆਂ, ਜਿਓਮੈਟਰੀਕਲ ਸ਼ੇਪਸ ਨੇ। ਜਿੱਦਾਂ ਆਹ ਹੈਗੀ ਪੈਰਲਗ੍ਰਾਮ, ਆਹ ਇੱਕ ਸ਼ੇਪ ਹੈ, ਪਤਾ ਨਹੀਂ ਕੀ ਕਹਿੰਦੇ ਆ, ਆਹ ਇੱਕ ਟਰਾਇੰਗਲ ਹੈ, ਆਹ ਇੱਕ ਮੈਡੀਕਲ ਵਾਲਾ ਸਿੰਬਲ ਹੈ ਪਲੱਸ ਦਾ, ਕ੍ਰਾਸ, ਇੱਦਾਂ ਹੀ ਆਹ ਹੈ। ਇਹਨਾਂ 'ਚੋਂ ਤੁਸੀਂ ਜਿਹੜੀ ਸ਼ੇਪ ਚਾਹੁੰਦੇ ਹੋ, ਸਪੋਜ਼ ਦੈਟ ਮੈਂ ਚਾਹੁੰਦਾ ਕਿ ਆਹ ਸ਼ੇਪ ਆ ਜਾਵੇ, ਆਹ ਫਾਈਲ ਵਾਲਾ ਸਿੰਬਲ ਆ ਜਾਵੇ, ਨਿਊ ਵਾਲਾ। ਜਦੋਂ ਕਲਿੱਕ ਕਰਕੇ ਡਰਾ ਕਰੂੰਗਾ ਤਾਂ ਇਹ ਸ਼ੇਪ ਬਣੀ ਬਣਾਈ ਆਪਣੇ ਆਪ ਹੀ ਲੱਗ ਗਈ।
ਯਾਨੀ ਰੈਡੀਮੇਡ ਬਣੀਆਂ ਹੋਈਆਂ ਪ੍ਰੀਸੈਟ ਪਹਿਲਾਂ ਸੈੱਟ ਕੀਤੀਆਂ ਸ਼ੇਪਸ ਦੀ ਲਿਸਟ ਹੈ, ਉਹਦੇ ਵਿੱਚੋਂ ਕੋਈ ਵੀ ਸ਼ੇਪ ਨੂੰ ਆਟੋ ਸ਼ੇਪਸ ਵੀ ਕਹਿ ਦਿੰਦੇ ਆ। MS ਵਰਡ 'ਚ ਵੀ ਇਹ ਕਮਾਂਡ ਹੈਗੀ ਹੈ। MS ਵਰਡ ਦੇ ਵਿੱਚ ਵੀ ਸ਼ੇਪਸ ਹਨ, ਆਪਾਂ ਜਿਹੜੀ ਸ਼ੇਪ ਚਾਹੀਏ ਉਹ ਚੂਜ਼ ਕਰ ਸਕਦੇ ਹਾਂ। ਇੱਥੇ ਨਾਲੇ ਆਹ ਚੀਜ਼ ਦੇਖੋ, ਜਦੋਂ ਆਪਾਂ ਸ਼ੇਪ ਚੂਜ਼ ਕੀਤੀ, ਇੱਥੇ ਨਾ ਆਹ ਰੈੱਡ ਜਿਹਾ ਪੁਆਇੰਟ ਆ, ਇਹਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਆਹ ਕਿੰਨਾ ਕੁ ਪੇਪਰ ਮੁੜਿਆ ਦਿਖੇ, ਉਹਦੀ ਪੇਪਰ ਦੀ ਜਿਹੜੀ ਇੱਦਾਂ ਮੂਵਮੈਂਟ ਹੈ ਪੇਪਰ ਦਾ ਜਿਹੜਾ एक खोज भी सकता है ਹੈ ये मतलब पूरा फ्लैट ही होता है ਪੂਰਾ ਫਲੈਟ ਕਿਵੇਂ ਇੱਦਾਂ ਹੈ ਨਾ ਹੋ ਜਾਂਦਾ ਹੈ ਨਾ। ਤੋ ਇਹ ਰੈਕਟੈਂਗਲ ਨੂੰ ਹੀ ਕਨਵਰਟ ਕੀਤਾ ਹੋਇਆ ਹੈ। ਤੋ ਇਸ ਤਰ੍ਹਾਂ ਹੀ ਤੁਸੀਂ ਇਹ ਵੀ ਪ੍ਰੈਕਟਿਸ ਕਰ ਸਕਦੇ ਹੋ। ਇਹਦੇ ਵਿੱਚ ਐਰੋਜ਼ ਵੀ ਨੇ, ਜੇ ਐਰੋ ਹੈਡ 'ਤੇ ਕਲਿੱਕ ਕਰਾਂਗੇ, ਹੁਣ ਚੈੱਕ ਕਰੋ ਇਹਦੇ 'ਚ ਆਲਮੋਸਟ ਉਹ ਸਾਰੇ ਐਰੋ ਹਨ ਜਿਹਨਾਂ ਦੀ ਸਾਨੂੰ ਜ਼ਰੂਰਤ ਪੈ ਸਕਦੀ ਹੈ। 4 ਹੈਡਡ 2 ਹੈਡਡ ਡਾਇਰੈਕਸ਼ਨ ਵੀ ਹਨ ਇੱਦਾਂ ਦੀਆਂ। ਅਤੇ ਜਦੋਂ ਤੁਸੀਂ ਐਰੋ ਬਣਾਉਂਦੇ ਹੋ ਤਾਂ ਫਿਰ ਦੇਖੋ ਇਹਦੇ ਵਿੱਚ ਇੱਕ ਤਾਂ ਆ ਜਾਂਦਾ ਹੈਗਾ ਆਹ ਰੈੱਡ ਜਿਹਾ ਪੁਆਇੰਟ, ਇਹਦਾ ਕੰਮ ਕੀ ਹੈ, ਇਹਦੀ ਆਹ ਚੇਂਜ ਕਰ ਸਕਦੇ ਹਾਂ ਆਹ ਮੂਵਮੈਂਟ ਇਹਦੇ ਨਾਲ। ਅਤੇ ਇੱਧਰੋਂ ਇੱਕ ਯੈਲੋ ਪੁਆਇੰਟ ਹੈ, ਇਹਦੇ ਨਾਲ ਐਰੋ ਦਾ ਹੈਡ ਵੱਡਾ ਕਰ ਸਕਦੇ ਹਾਂ। ਯਾਨੀ ਆਹ ਟੇਲ ਨੂੰ ਚੇਂਜ ਕਰਨ ਵਾਸਤੇ ਹੋ ਗਿਆ, ਉਹ ਇਹ ਨਵਾਂ ਬਣ ਗਿਆ, ਮੇਰੇ ਤੋਂ ਗਲਤੀ ਹੋ ਗਈ, ਇੱਕ ਮਿੰਟ, ਇਹਨੂੰ ਕਲਿੱਕ ਕੀਤਾ, ਸਿਲੈਕਟ ਹੋ ਗਿਆ, ਇਹਦੇ 'ਤੇ ਆਹ ਰੈੱਡ ਪੁਆਇੰਟ ਨਾਲ ਆਪਾਂ ਟੇਲ ਦੀ ਸ਼ੇਪ ਚੇਂਜ ਕਰ, ਟੇਲ ਦੀ ਆਹ ਵਿੱਥ ਜੀ ਚੇਂਜ ਕਰ ਸਕਦੇ ਹਾਂ। ਅਤੇ ਆਹ ਹੈਗਾ ਇੱਕ ਪੁਆਇੰਟ, ਇਹਦੇ ਨਾਲ ਆਪਾਂ ਆਹ ਚੇਂਜ ਕਰ ਸਕਦੇ ਹਾਂ। ਯਾਨੀ ਇਸ ਸ਼ੇਪ ਦੇ ਵਿੱਚ ਵਿਥਸ ਨੂੰ ਜਾਂ ਐਰੋ ਹੈਡਸ ਨੂੰ ਚੇਂਜ ਕਰਨ ਵਾਸਤੇ ਬਟਨ ਹੋਣਗੇ। ਇਹ 3 ਨੇ, ਵਨ ਇਜ਼ ਦਿਸ ਯੈਲੋ ਵਨ, ਦੈਨ ਦਿਸ ਇਜ਼ ਬਲੂ ਵਨ, ਦੈਨ ਰੈੱਡ ਵਨ। ਕਿਸੇ ਵਿੱਚ ਇਕੱਲਾ ਇੱਕੋ ਹੀ ਸੀਗਾ, ਜਿਵੇਂ ਇੱਕੋ ਹੀ ਸੀਗਾ, ਹੋਰ ਹੈ ਹੀ ਨਹੀਂ ਸੀ ਕੋਈ। ਤੋ ਇਹ ਪ੍ਰੈਕਟਿਸ ਨਾਲ ਸਮਝ ਲੱਗ ਜਾਣੀ ਹੈ। ਇਹਦੇ 'ਚ ਕੁਝ ਸਮਝਾਉਣ ਵਾਲੀ ਗੱਲ ਤਾਂ ਹੋਣੀ ਨਹੀਂ ਹੈਗੀ। ਨੈਕਸਟ ਆਪਾਂ ਕਰ ਹੀ ਚੁੱਕੇ ਹਾਂ ਟੈਕਸਟ। ਅੱਗੇ ਹੈਗਾ ਇੰਟਰੈਕਟਿਵ ਬਲੈਂਡ ਟੂਲ, ਇਹ ਆਪਾਂ ਅਗਲੇ ਟੌਪਿਕ 'ਚ ਕਰਦੇ ਹਾਂ।